Hello students, welcome back to my YouTube channel. So let's start. Next question of chapter number 4 environment and development. ਬੱਚੇ chapter number 4 environment and development ਅਸੀਂ ਕਰ ਰਹੇ ਹਾਂ. ਸੋ ਇਸ ਵੀਡੀਓ ਦੇ ਵਿੱਚ ਅਸੀਂ ਸੈਕੰਡ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ. ਸੈਕੰਡ ਕੁਐਸਚਨ ਦੇ ਵਿੱਚ ਐਕਸਪਲੇਨ ਹਾਊ ਐਗਰੀਕਲਚਰ ਐਂਡ ਇੰਡਸਟਰੀ ਆਰ ਟੂ ਮੇਜਰ ਸੈਕਟਰਸ ਆਫ ਦ ਡਿਵੈਲਪਮੈਂਟ. ਸਾਡੀ ਡਿਵੈਲਪਮੈਂਟ ਦੇ ਅੰਦਰ ਐਗਰੀਕਲਚਰ ਐਂਡ ਇੰਡਸਟਰੀ ਇਹ ਦੋ ਏਰੀਆ ਮੋਸਟ ਇੰਪੋਰਟੈਂਟ ਕਿਉਂ ਮੰਨੇ ਜਾਂਦੇ ਆ. ਨੰਬਰ 1 ਇਜ਼ ਆ ਐਗਰੀਕਲਚਰ. ਬੱਚੇ ਐਗਰੀਕਲਚਰ ਕੀ ਆ, ਪਹਿਲਾਂ ਦੇ ਜ਼ਮਾਨੇ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਕੋਈ ਵੀ ਐਕਸਟਰਾ ਜਿਹੜੀ ਮਸ਼ੀਨਰੀ ਨਹੀਂ ਹੁੰਦੀ ਸੀ, ਕੋਈ ਐਕਸਟਰਾ ਕਹਿ ਲਓ ਕਿ ਟੈਕਨੋਲੋਜੀ ਦਾ ਕੰਮ ਨਹੀਂ ਹੁੰਦਾ ਸੀ. ਸੋ ਲੋਕ ਖੇਤੀਬਾੜੀ ਜ਼ਰੂਰ ਕਰਦੇ ਸੀ, ਪਰ ਖੇਤੀਬਾੜੀ ਕਿਉਂ ਕਰਦੇ ਸੀ? ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ. ਠੀਕ ਹੈ. ਸੋ ਜਿਹੜਾ ਐਕਸਟਰਾ ਮੰਨ ਲਓ ਕਣਕ ਹੁੰਦੀ ਸੀ ਜਾਂ ਐਕਸਟਰਾ ਜਿਹੜੇ ਫਲ ਫਰੂਟ ਹੁੰਦੇ ਸੀ, ਉਹਨਾਂ ਨੂੰ ਜੇ ਵਾਧੂ ਹੁੰਦੇ ਸੀ ਤਾਂ ਉਹਨਾਂ ਨੂੰ ਵਪਾਰ ਦੇ ਰੂਪ ਦੇ ਵਿੱਚ ਉਹ ਵੇਚਦੇ ਹੁੰਦੇ ਸੀ, ਦੈਨ ਉਹਦਾ ਬਿਜ਼ਨਸ ਕਰਦੇ ਸੀ. ਅਦਰਵਾਈਜ਼ ਜਿਹੜਾ ਆ ਉਹਨਾਂ ਦਾ ਘਰ ਦੀ ਹੀ ਖੇਤੀਬਾੜੀ ਹੁੰਦੀ ਸੀ. ਠੀਕ ਹੈ, ਜਿਨ੍ਹਾਂ ਨੂੰ ਟ੍ਰੈਡੀਸ਼ਨਲ ਐਗਰੀਕਲਚਰ ਬੋਲ ਦਿੰਦੇ ਆ. ਠੀਕ ਹੈ. ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੀ ਆ ਬੱਚੇ, ਮਾਡਰਨ ਐਗਰੀਕਲਚਰ ਦੇ ਵਿੱਚ ਕੀ ਆ, ਨਿਊ ਟੈਕਨੋਲੋਜੀਜ਼ ਆ ਗਈਆਂ, ਡਿਵੈਲਪਮੈਂਟ ਹੋ ਰਹੀ ਆ. ਤੁਹਾਨੂੰ ਪਤਾ ਅੱਜ ਕੱਲ੍ਹ ਟਰੈਕਟਰ ਆ ਗਏ ਆ. ਠੀਕ ਹੈ, ਨਵੇਂ ਤਰ੍ਹਾਂ ਦੇ ਕੈਮੀਕਲਸ ਆ ਗਏ ਆ ਜਿਨ੍ਹਾਂ ਨਾਲ ਪ੍ਰੋਡਕਸ਼ਨ ਜ਼ਿਆਦਾ ਹੋਏਗੀ. ਸੋ ਨਵੀਆਂ ਟੈਕਨੋਲੋਜੀਜ਼ ਆਉਣ ਕਰਕੇ ਜਿਹੜਾ ਐਗਰੀਕਲਚਰ ਆ ਉਹ ਅੱਜ ਕੱਲ੍ਹ ਬਿਜ਼ਨਸ ਬਣ ਗਿਆ. ਠੀਕ ਹੈ. ਪਹਿਲਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਐਗਰੀਕਲਚਰ ਟ੍ਰੈਡੀਸ਼ਨਲ ਸੀ. ਵਾਈ ਟ੍ਰੈਡੀਸ਼ਨਲ? ਕਿਉਂਕਿ ਉਹ ਘਰ ਵਾਸਤੇ ਹੀ ਖੇਤੀਬਾੜੀ ਕੀਤੀ ਜਾਂਦੀ ਸੀ. ਅੱਜ ਮਾਡਰਨ ਐਗਰੀਕਲਚਰ ਦੇ ਅੰਦਰ ਕੀ ਆ ਕਿ ਅਸੀਂ ਵਪਾਰ ਕਰਨ ਦੇ ਲਈ, ਇੱਕ ਬਿਜ਼ਨਸ ਕਰਨ ਦੇ ਲਈ ਐਗਰੀਕਲਚਰ ਕਰ ਰਹੇ ਹਾਂ. ਸੋ ਇਹਦੇ ਵਿੱਚ ਬਹੁਤ ਸਾਰੀਆਂ ਨਿਊ ਟੈਕਨੋਲੋਜੀਜ਼ ਐਡ ਹੋਈਆਂ, ਜਿੱਦਾਂ ਕਿ ਮਾਡਰਨ ਇਕੁਪਮੈਂਟ, ਇਲੈਕਟ੍ਰਿਕ ਪਾਵਰ, ਜਿੱਦਾਂ ਕਿ ਬਿਜਲੀ ਹੋ ਗਈ, ਇਰੀਗੇਸ਼ਨ ਹੋ ਗਈ, ਫਰਟੀਲਾਈਜੇਸ਼ਨ ਹੋ ਗਈ, ਪਲਾਂਟ ਪ੍ਰੋਡਕਸ਼ਨ ਹੋ ਗਿਆ, ਦੈਨ ਕੈਮੀਕਲਸ ਹੋ ਗਏ, ਹਾਈ ਸੀਡਸ ਯੂਜ਼ ਕਰਨਾ. ਠੀਕ ਹੈ, ਉਹ ਵਾਲੇ ਬੀ ਜਿਹੜੇ ਕਹਿ ਲਓ ਯੀਲਡ ਸੀਡਸ ਹੁੰਦੇ ਆ. ਠੀਕ ਹੈ. ਸੋ ਫਰਦਰ ਹੋਰ ਗ੍ਰੀਨ ਰੈਵੋਲਿਊਸ਼ਨਸ ਆ ਗਏ. ਸੋ ਇਹਦੇ ਨਾਲ ਖੇਤੀਬਾੜੀ ਦੀ ਉਤਪਾਦਨ ਦੇ ਵਿੱਚ, ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਇਆ ਆ. ਵਿਦ ਇਨਕਰੀਜ਼ਿੰਗ ਪਾਪੂਲੇਸ਼ਨ, ਜਿੱਦਾਂ ਸਾਡੀ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਆ, ਸਾਡੀ ਡਿਮਾਂਡ ਜਿਹੜੀ ਐਗਰੀਕਲਚਰ ਦੀ ਉਹ ਵੀ ਡੇ ਬਾਏ ਡੇ ਇਨਕਰੀਜ਼ ਹੁੰਦੀ ਜਾ ਰਹੀ ਆ. ਕਲੀਅਰ ਹੋ ਗਈ? ਸੋ ਬੇਸਿਕਲੀ ਹੁਣ ਇਹੀ ਕੀ ਆ, ਇੱਕ ਬਿਜ਼ਨਸ ਬਣ ਗਿਆ, ਆਸਪੈਕਟਸ ਆਫ ਐਗਰੀ ਬਿਜ਼ਨਸ. ਸੋ ਸਾਡੇ ਇਹ ਬਿਜ਼ਨਸ ਦਾ ਇੱਕ ਪਾਰਟ ਬਣ ਗਿਆ ਐਗਰੀਕਲਚਰ ਵੀ. ਸੋ ਦੇਖੋ ਬੱਚੇ, ਨੀਚੇ 3 ਪੁਆਇੰਟਸ ਦਿੱਤੇ ਹੋਏ ਆ ਜਿਹੜੇ ਕਹਿ ਲਓ ਮੋਸਟ ਇੰਪੋਰਟੈਂਟ ਆ. ਨੰਬਰ 1, ਖੇਤਾਂ ਦੇ ਲਈ ਨਵੀਂ ਯੰਤਰਾਂ ਅਤੇ ਮਸ਼ੀਨਾਂ. ਹੁਣ ਸਾਨੂੰ ਪਤਾ ਕਿ ਅੱਜ ਕੱਲ੍ਹ ਖੇਤੀ ਦੇ ਵਿੱਚ ਟਰੈਕਟਰਸ ਹੋ ਗਏ, ਮਸ਼ੀਨਸ ਹੋ ਗਈਆਂ. ਠੀਕ ਹੈ. ਅੱਜ ਕੱਲ੍ਹ ਦੇ ਜਿਹੜੇ ਬੀ ਹੋ ਗਏ ਉਹ ਵੀ ਹਾਈਬ੍ਰਿਡ ਕਹਿ ਲਓ ਬੀ ਆ, ਵੀ ਜਿਨ੍ਹਾਂ ਨੂੰ ਅਸੀਂ ਖੁਦ ਵਧੀਆ ਤਰੀਕੇ ਨਾਲ ਬਣਾ ਰਹੇ ਹਾਂ, ਉਹ ਯੂਜ਼ ਕੀਤਾ ਜਾ ਰਿਹਾ. ਖੇਤੀ ਉਤਪਾਦਕ ਯੂਜ਼ ਕੀਤੇ ਜਾ ਰਹੇ ਆ. ਖੇਤਾਂ ਤੋਂ ਹੋਈ ਉਤਪਾਦਕਾਂ ਨੂੰ ਭੰਡਾਰ ਵਿੱਚ ਰੱਖਣਾ ਅਤੇ ਫਿਰ ਉਸ ਨੂੰ ਛੱਡਣਾ. ਮਤਲਬ ਕਿ ਤੁਹਾਨੂੰ ਪਤਾ ਹੋਏਗਾ ਬੱਚੇ, ਆਪਾਂ ਕਣਕ ਨੂੰ ਵੀ ਸਟੋਰ ਕਰਕੇ ਰੱਖਦੇ ਹਾਂ, ਫਰੂਟਸ ਨੂੰ ਵੀ ਸਟੋਰ ਕਰਕੇ ਰੱਖਦੇ ਹਾਂ, ਦੈਨ ਜਦੋਂ ਉਹਨਾਂ ਦੀ ਲੋੜ ਪੈਂਦੀ ਅਸੀਂ ਉਦੋਂ ਉਹਨੂੰ ਵਰਤ ਲੈਂਦੇ ਹਾਂ. ਪੁਰਾਣੇ ਟਾਈਮ 'ਚ ਕੀ ਹੁੰਦਾ ਸੀ ਕਿ ਸਾਡੇ ਕੋਲ ਸਟੋਰੇਜ ਕਪੈਸਿਟੀ ਘੱਟ ਹੋਣ ਕਰਕੇ ਉਨੀ ਹੀ ਖੇਤੀ ਕੀਤੀ ਜਾਂਦੀ ਸੀ ਜਿੰਨੀ ਅਸੀਂ ਉਹਨੂੰ ਸੰਭਾਲ ਕਰ ਸਕਦੇ ਹਾਂ. ਅੱਜ ਕੱਲ੍ਹ ਸਟੋਰੇਜ ਅਸੀਂ ਕਾਫੀ ਹੱਦ ਤੱਕ ਕਰ ਸਕਦੇ ਹਾਂ ਔਰ ਕੇਅਰਫੁਲੀ ਕਰ ਸਕਦੇ ਹਾਂ. ਇਸ ਕਰਕੇ ਖੇਤੀਬਾੜੀ ਵੀ ਜ਼ਿਆਦਾ ਮਾਤਰਾ ਦੇ ਵਿੱਚ ਕੀਤੀ ਜਾਂਦੀ ਆ. ਠੀਕ ਹੈ. ਇਹਦਾ ਮਤਲਬ ਖੇਤੀਬਾੜੀ ਨਾਲ ਕੀ ਆ, ਸਾਡੇ ਬਿਜ਼ਨਸ ਦੇ ਵਿੱਚ ਜਾਂ ਸਾਡੀ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ. ਜਿੰਨੀ ਜ਼ਿਆਦਾ ਅਸੀਂ ਖੇਤੀ ਕਰਾਂਗੇ, ਜਿੰਨੇ ਜ਼ਿਆਦਾ ਕਹਿ ਲਓ ਫਲ ਫਰੂਟ ਉਗਾਵਾਂਗੇ, ਉਨਾ ਜ਼ਿਆਦਾ ਸਾਡਾ ਬਿਜ਼ਨਸ ਡਿਵੈਲਪ ਹੋਏਗਾ. ਜੇ ਬਿਜ਼ਨਸ ਡਿਵੈਲਪ ਹੋਏਗਾ ਤਾਂ ਪੈਸਾ ਆਏਗਾ. ਜੇ ਪੈਸਾ ਆਏਗਾ ਤਾਂ ਸਾਡੇ ਖੁਦ ਦੇ ਰਹਿਣ ਸਹਿਣ ਦਾ ਸਟੈਂਡਰਡ ਇਨਕਰੀਜ਼ ਹੋ ਜਾਏਗਾ. ਸੋ ਇਹਦੇ ਨਾਲ ਡਿਵੈਲਪਮੈਂਟ ਦਾ ਕਾਫੀ ਵੱਡਾ ਰੋਲ ਆ. ਠੀਕ ਹੈ. ਸੈਕਿੰਡ ਵਨ ਆ ਇੰਡਸਟਰੀ. ਇੰਡਸਟਰੀ ਹੁੰਦੀ ਆ ਬੱਚੇ ਉਦਯੋਗ. ਹੁਣ ਉਦਯੋਗ ਕਰਨ ਦੇ ਲਈ ਤੁਹਾਨੂੰ ਕੀ ਹੈ, ਇੱਕ ਕੱਚਾ ਮਾਲ ਵੀ ਚਾਹੀਦਾ. ਬੱਚੇ ਉਦਯੋਗ ਤਾਂ ਹੀ ਹੋਏਗਾ ਜੇ ਖੇਤੀਬਾੜੀ ਹੋਏਗੀ. ਕਿਉਂ? ਇੱਥੋਂ ਖੇਤੀਬਾੜੀ ਨਾਲ ਕੀ ਲੈਣਾ ਦੇਣਾ? ਮੰਨ ਲਓ ਹੁਣ ਅਸੀਂ ਕੱਪੜਾ ਬਣਾ ਰਹੇ ਹਾਂ, ਸਾਡੀ ਕੱਪੜੇ ਦੀ ਮਸ਼ੀਨ ਆ, ਫੈਕਟਰੀ ਆ, ਸਾਨੂੰ ਉਹਦੇ ਲਈ ਕਪਾਹ ਚਾਹੀਦੀ ਆ. ਠੀਕ ਹੈ. ਕਪਾਹ ਤਾਂ ਹੀ ਹੋਊਗੀ ਜੇ ਕੋਈ ਜ਼ਮੀਨ ਵਾਲਾ ਬੰਦਾ ਉਹਨੂੰ ਉਗਾਏਗਾ. ਠੀਕ ਹੈ, ਪ੍ਰੋਡਿਊਸ ਕਰੇਗਾ. ਅਗਰ ਕਪਾਹ ਹੋਏਗੀ ਤਾਂ ਕਹਿ ਲਓ ਅਸੀਂ ਫਰਦਰ ਕੱਪੜਾ ਬਣਾ ਸਕਦੇ ਹਾਂ. ਸਿਮਿਲਰਲੀ ਮੰਨ ਲਓ ਹੁਣ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਆਟੇ ਦੀਆਂ ਕਹਿ ਲਓ ਫੈਕਟਰੀਜ਼ ਆ. ਠੀਕ ਹੈ. ਪੁਰਾਣੇ ਟਾਈਮ 'ਚ ਤਾਂ ਈਵਨ ਹਾਲੇ ਵੀ ਪਿੰਡਾਂ ਦੇ ਵਿੱਚ ਇਹੀ ਆ ਕਿ ਅਸੀਂ ਕੀ ਆ, ਕਣਕ ਲੈ ਲੈਂਦੇ ਹਾਂ, ਦੈਨ ਅਸੀਂ ਚੱਕੀ ਤੋਂ ਜਾ ਕੇ ਆਟਾ ਪਿਸਾ ਲੈਂਦੇ ਹਾਂ. ਬਟ ਸ਼ਹਿਰੀ ਏਰੀਏ ਦੇ ਵਿੱਚ ਜਿੰਨੇ ਵੀ ਅਰਬਨ ਏਰੀਏ ਦੇ ਲੋਕ ਆ, ਉਹ ਤਾਂ ਸਿੰਪਲ ਮਾਰਕੀਟ ਜਾਂਦੇ ਆ, ਬੈਸਟ ਪ੍ਰਾਈਸ ਜਾਂਦੇ ਆ,
ਜਾਂ ਕਿਸੇ ਵੱਡੇ ਸਟੋਰ 'ਤੇ ਜਾਂਦੇ ਆ ਤਾਂ ਆਟੇ ਦੀ ਬੋਰੀ ਡਾਇਰੈਕਟ ਚੱਕ ਕੇ ਲੈ ਕੇ ਆਉਂਦੇ ਆ ਔਰ ਉੱਤੇ ਵੱਡਾ ਵੱਡਾ ਕਰਕੇ ਲਿਖਿਆ ਹੁੰਦਾ ਆਸ਼ੀਰਵਾਦ ਆਟਾ। ਇਹਦਾ ਮਤਲਬ ਕੋਈ ਨਾ ਕੋਈ ਫੈਕਟਰੀ ਤਾਂ ਹੈ ਨਾ ਜੋ ਆਟੇ ਦੀ ਬੋਰੀ ਸਾਡੇ ਤੱਕ ਪਹੁੰਚਾ ਰਿਹਾ। ਇਹਦਾ ਮਤਲਬ ਉਹਨਾਂ ਤੱਕ ਕਣਕ ਪਹੁੰਚੂਗੀ ਤਾਂ ਉਹ ਆਟਾ ਬਣਾਉਣਗੇ। ਕਲੀਅਰ ਹੋ ਗਿਆ। ਇਹਦਾ ਮਤਲਬ ਉਦਯੋਗ ਦੇ ਭਾਵ ਕੱਚੇ ਮਾਲ ਨੂੰ ਉਤਪਾਦਨ ਵਿੱਚ ਬਦਲਣਾ ਹੈ। ਕੱਚਾ ਮਾਲ ਕੀ ਹੋ ਗਿਆ? ਕਪਾਹ ਨੂੰ ਕੱਪੜੇ 'ਚ ਬਦਲਿਆ। ਕੱਚਾ ਮਾਲ ਸਿਮਿਲਰਲੀ ਹੋ ਗਈ ਕਣਕ ਨੂੰ ਆਟੇ ਵਿੱਚ ਕਨਵਰਟ ਕੀਤਾ। ਇੱਦਾਂ ਹੀ ਸਾਰੇ ਬਿਜ਼ਨਸ ਬੱਚੇ ਮਾਰਕੀਟ ਦੇ ਵਿੱਚ ਕੁਛ ਵੀ ਚੀਜ਼ ਦੇਖ ਲਓ, ਕਿਸੇ ਨਾ ਕਿਸੇ ਚੀਜ਼ ਤੋਂ ਹੀ ਪ੍ਰੋਡਿਊਸ ਹੋਈ ਆ। ਸੋ ਉਹਨੂੰ ਅਸੀਂ ਕਹਿ ਦਿੱਤਾ ਕੱਚੇ ਮਾਲ ਤੋਂ ਕਨਵਰਟ ਕਰਨਾ, ਰਾਓ ਮਟੀਰੀਅਲ ਤੋਂ ਕਨਵਰਟ ਕਰਨਾ। ਠੀਕ ਹੈ, ਚਾਹੇ ਉਹ ਕੱਪੜੇ ਦਾ ਉਦਯੋਗ ਹੋ ਗਿਆ, ਬੋਤਲਾਂ 'ਚੋਂ ਤੇਲ ਭਰਨ ਵਾਲਾ ਉਦਯੋਗ ਹੋ ਗਿਆ। ਸਿਮਿਲਰਲੀ ਸਾਨੂੰ ਪਤਾ ਕਿ ਜਿਹੜੀ ਸਰੋਂ ਦਾ ਤੇਲ ਹੁੰਦਾ ਆ ਉਹ ਵੀ ਛੋਟੇ ਛੋਟੇ ਉਹ ਹੁੰਦੇ, ਜੇ ਤੁਸੀਂ ਦੇਖਿਆ ਹੋਏਗਾ ਸਰੋਂ ਦੇ ਫੁੱਲ। ਠੀਕ ਹੈ, ਸੋ ਯੈਲੋ ਕਲਰ ਦੇ ਹੁੰਦੇ ਆ। ਖੇਤਾਂ ਦੇ ਵਿੱਚ ਜਦੋਂ ਸਾਗ ਵਗੈਰਾ ਹੁੰਦਾ ਉਹਨਾਂ ਦੇ ਨਾਲ ਹੁੰਦੇ ਆ ਸਰੋਂ ਦੇ ਫੁੱਲ, ਤਾਂ ਉਹਨਾਂ ਤੋਂ ਹੀ ਸਰੋਂ ਦਾ ਤੇਲ ਨਿਕਲਦਾ, ਤਾਂ ਉਹਦੇ ਲਈ ਵੀ ਤਾਂ ਫੈਕਟਰੀ ਚਾਹੀਦੀ ਆ। ਸੋ ਉਹ ਸਾਰਾ ਕੀ ਹੋ ਗਿਆ? ਤੁਹਾਡੀ ਇੰਡਸਟਰੀਅਲ ਏਰੀਆ ਹੋ ਗਿਆ। ਠੀਕ ਆ, ਸ਼ਹਿਰੀਕਰਨ ਦੇ ਕਾਰਨ ਉਦਯੋਗਾਂ ਦੀ ਜ਼ਰੂਰਤ ਵੱਧਦੀ ਹੈ। ਇਸ ਨਾਲ ਉਦਯੋਗ ਵਿੱਚ ਵਧਦੇ ਹੋਏ ਜਨਸੰਖਿਆ ਨੂੰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜਨਮ ਲਿਆ। ਸੋ ਇਹਦੇ ਨਾਲ ਬੱਚੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ। ਇਹਦੇ ਨਾਲ ਫਾਇਦੇ ਵੀ ਆ, ਕੁਝ ਨੁਕਸਾਨ ਵੀ ਆ। ਨੁਕਸਾਨ ਕੀ ਆ ਕਿ ਰਸਾਇਣਿਕ ਚੀਜ਼ਾਂ ਅਸੀਂ ਵਰਤਦੇ ਹਾਂ, ਕਿ ਖੇਤਾਂ ਦੇ ਵਿੱਚ ਅਸੀਂ ਕੈਮੀਕਲਸ ਪਾਉਂਦੇ ਹਾਂ। ਸਿਮਿਲਰਲੀ ਅਸੀਂ ਫੈਕਟਰੀਜ਼ ਲਗਾ ਦਿੱਤੀਆਂ, ਫੈਕਟਰੀਜ਼ ਤੋਂ ਧੂੰਆਂ ਨਿਕਲ ਰਿਹਾ ਆ, ਉਹਨਾਂ ਵੀ ਸਾਡੀ ਇਨਵਾਇਰਮੈਂਟ ਪੋਲਿਊਟ ਹੋ ਰਿਹਾ ਆ। ਸੋ ਇੱਦਾਂ ਕਰਕੇ ਜੇ ਫਾਇਦੇ ਆ ਤਾਂ ਬੱਚੇ ਨੁਕਸਾਨ ਵੀ ਆ। ਹੁਣ ਆਪਾਂ ਫਾਇਦੇ ਲਿਖਾਂਗੇ ਕਿ ਫਾਇਦੇ ਕੀ ਆ। ਨੰਬਰ 1, ਰੁਜ਼ਗਾਰ ਵਿੱਚ ਵਾਧਾ। ਹੁਣ ਮੰਨ ਲਓ ਸਾਡੇ ਪਿੰਡ ਦੇ ਕੋਲ ਇੱਕ ਫੈਕਟਰੀ ਲੱਗ ਗਈ। ਠੀਕ ਆ, ਕੁਛ ਬੰਦੇ ਜਿਹੜੇ ਪਹਿਲਾਂ ਦਿਹਾੜੀਆਂ ਕਰਦੇ ਸੀ, ਜਾਂ ਜਿਹਨਾਂ ਨੂੰ ਕਹਿ ਲਓ ਦਿਹਾੜੀ ਵਿੱਚ ਪ੍ਰੋਪਰ ਦਿਹਾੜੀਆਂ ਨਹੀਂ ਮਿਲਦੀਆਂ ਸੀ, ਮਹੀਨੇ ਦੇ 30 ਦਿਨ ਹੁੰਦੇ ਤਾਂ ਉਹਨਾਂ ਨੂੰ 10 ਕੁ ਦਿਨ ਹੀ ਮਿਲਦੇ ਸੀ। ਤਾਂ ਹੁਣ ਕੀ ਆ, ਫੈਕਟਰੀ ਦੇ ਵਿੱਚ ਬੰਦਾ ਜੋਬ ਕਰ ਰਿਹਾ ਤਾਂ ਉਹ 30 ਦੇ 30 ਦਿਨ ਕੰਮ ਕਰ ਰਿਹਾ। ਇਹਦਾ ਮਤਲਬ 30 ਦੇ 30 ਦਿਨ ਉਹਨੂੰ ਪੈਸੇ ਮਿਲ ਰਿਹਾ। ਇਹਦਾ ਮਤਲਬ ਜਿਹੜੀ ਆ ਇੰਡਸਟਰੀ ਏਰੀਆ ਨਾਲ ਇੰਪਲੋਇਮੈਂਟ ਵੀ ਇਨਕਰੀਜ਼ ਹੋਈ ਆ, ਰੁਜ਼ਗਾਰ ਵੀ ਵਧਿਆ ਆ, ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ। ਕਿੱਥੇ ਬੰਦਾ 10 ਦਿਨ ਕੰਮ ਕਰ ਰਿਹਾ ਸੀ, 10 ਦਿਨ ਦੇ ਪੈਸੇ ਮਿਲਦੇ ਸੀ ਦਿਹਾੜੀ ਕਰਕੇ। ਕਿੱਥੇ ਹੁਣ ਬੰਦਾ 30 ਦਿਨ ਕੰਮ ਕਰ ਰਿਹਾ ਤਾਂ 30 ਦਿਨ ਦੀ ਤਨਖਾਹ ਮਿਲ ਰਹੀ ਹੈ। ਇਹਦਾ ਮਤਲਬ ਪੈਸੇ 'ਚ ਵੀ, ਆਮਦਨ 'ਚ ਵੀ ਵਾਧਾ ਹੋਇਆ। ਅੱਗੇ ਦੇਖੋ, ਨਵੇਂ ਯੰਤਰ, ਨਵੀਂ ਤਕਨੀਕਾਂ, ਮਤਲਬ ਨਿਊ ਇਕਵਿਪਮੈਂਟ ਆ ਗਏ ਆ, ਨਿਊ ਟੈਕਨੋਲੋਜੀਜ਼ ਆ ਗਈਆਂ, ਜਿਹਦੇ ਨਾਲ ਇੰਡਸਟਰੀ ਜਿਹੜੀ ਆ ਹੋਰ ਡਿਵੈਲਪ ਕਰ ਰਹੀ ਆ। ਠੀਕ ਹੈ, ਨਵੇਂ ਸ਼ਹਿਰਾਂ ਦਾ ਜਨਮ। ਹੁਣ ਆਪਣਾ ਬੱਚੇ ਆਸ-ਪਾਸ ਦਾ ਏਰੀਆ ਲਾ ਲਓ, ਜਿੱਦਾਂ ਜਲੰਧਰ ਅਤੇ ਲੁਧਿਆਣਾ ਮੇਨ ਵੱਡੇ ਸ਼ਹਿਰ ਆ। ਠੀਕ ਆ, ਇਹਨਾਂ ਦੇ ਨੇੜੇ ਨੇੜੇ ਜਿਹੜੇ ਪਿੰਡ ਹੁੰਦੇ ਆ ਉਹ ਵੀ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਮਿਕਸ ਹੁੰਦੇ ਜਾ ਰਹੇ ਆ। ਇਹਦਾ ਮਤਲਬ ਜਿਹੜੇ ਪਹਿਲਾਂ ਪਿੰਡ ਸੀ ਉਹ ਹੁਣ ਸ਼ਹਿਰਾਂ ਦਾ ਰੂਪ ਧਾਰਨ ਕਰ ਰਹੇ ਆ। ਸੋ ਸ਼ਹਿਰਾਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ। ਨੈਕਸਟ ਕੀ ਆ? ਜਾਤੀ ਪ੍ਰਥਾ ਦੀ ਕਾਫੀ ਹੱਦ ਤੱਕ ਖਤਮ ਹੋਣਾ। ਪੁਰਾਣੇ ਟਾਈਮ ਦੇ ਵਿੱਚ ਬੱਚੇ ਕੀ ਹੁੰਦਾ ਸੀ ਕਿ ਇੱਕ ਕਾਸਟ ਦੇ ਲੋਕ ਦੂਸਰੀ ਕਾਸਟ ਦੇ ਲੋਕ ਤੋਂ ਜਾਂ ਤਾਂ ਨਫ਼ਰਤ ਕਰਦੇ ਹੁੰਦੇ ਸੀ, ਜਾਂ ਉਹਨਾਂ ਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖਦੇ ਹੁੰਦੇ ਸੀ ਵੀ ਜੱਟਾਂ ਨੇ ਆਹੀ ਕੰਮ ਕਰਨਾ ਆ, ਅਗਰ ਬ੍ਰਾਹਮਣ ਆ ਤਾਂ ਆਹੀ ਕੰਮ ਕਰਨਾ, ਖੱਤਰੀ ਆ ਤੇ ਆਹੀ ਕੰਮ ਕਰਨਾ। ਪਰ ਅੱਜ ਕੱਲ੍ਹ ਐਟ ਦਿਸ ਸਟੇਜ ਕੀ ਆ, ਸਾਰੇ ਇੱਕੋ ਜਿਹੇ ਆ, ਕਿਸੇ ਨੂੰ ਕੋਈ ਮਤਲਬ ਨਹੀਂ ਆ ਕਿਸੇ ਨਾਲ। ਸਪੈਸ਼ਲੀ ਬੱਚੇ ਆਪਣੇ ਪੰਜਾਬ ਦਾ ਕਹਿ ਲਓ, ਮਾਹੌਲ ਤਾਂ ਕਾਫੀ ਅੱਛਾ ਆ, ਇੱਥੇ ਕੋਈ ਇੰਨਾ ਜ਼ਿਆਦਾ ਨਹੀਂ ਆ, ਸਾਰੇ ਰਲ ਮਿਲ ਕੇ ਰਹਿੰਦੇ ਆ। ਆਪਣੀ ਫਰੈਂਡ ਸਰਕਲ ਦੇਖ ਲਓ ਜਾਂ ਆਪਣੀ ਫੈਮਿਲੀ ਦੇ ਫਰੈਂਡ ਸਰਕਲ ਦੇਖ ਲਓ, ਆਪਣਾ ਮੁਹੱਲਾ ਦੇਖ ਲਓ। ਪਿੰਡਾਂ ਵਿੱਚ ਹਾਲੇ ਵੀ ਮੁਹੱਲੇ ਆ, ਪਰ ਆਪਣੇ ਅਗਰ ਜਿਹੜੇ ਬੱਚੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਆ ਜਾਂ ਸੈਮੀ ਅਰਬਨ ਏਰੀਆ ਦੇ ਵਿੱਚ ਰਹਿ ਰਹੇ ਆ, ਤਾਂ ਉਹਨਾਂ ਦੇ ਸਾਰੇ ਮਿਕਸ ਘਰ ਹੁੰਦੇ ਆ। ਇੱਕ ਘਰ ਕਿਸੇ ਹੋਰ ਕਾਸਟ ਦਾ, ਦੂਸਰਾ ਘਰ ਕਿਸੇ ਹੋਰ ਕਾਸਟ ਦਾ। ਤਾਂ ਮੋਸਟਲੀ ਜਿਹੜੀ ਕਾਸਟਿਜ਼ਮ ਆ ਉਹ ਕਾਫੀ ਹੱਦ ਤੱਕ ਹੁਣ ਘੱਟ ਗਈ ਆ। ਹੁਣ ਤਾਂ ਇੰਟਰਕਾਸਟ ਮੈਰਿਜਿਸ ਵੀ ਕਹਿ ਲਓ ਕਾਫੀ ਹੋ ਰਹੀਆਂ, ਜਿਨ੍ਹਾਂ ਇਸ ਚੀਜ਼ ਨਾਲ ਵੀ ਜਿਹੜੀ ਆ ਕਾਸਟਿਜ਼ਮ ਥੋੜ੍ਹੀ ਘੱਟ ਗਈ ਆ। ਠੀਕ ਹੈ, ਅੱਗੇ ਦੇਖੋ, ਦੇਸ਼ ਦੀ ਆਰਥਿਕਤਾ ਵਿੱਚ ਵਾਧਾ। ਜੇ ਬੱਚੇ ਬਿਜ਼ਨਸ ਹੋਏਗਾ, ਸਾਡੇ ਕੋਲ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਦੈਨ ਹੀ ਅਸੀਂ ਫੈਕਟਰੀਜ਼ ਲਗਾਵਾਂਗੇ। ਜੇ ਫੈਕਟਰੀਜ਼ ਲਗਾਵਾਂਗੇ ਤਾਂ ਸਾਡੀ ਡਿਵੈਲਪਮੈਂਟ ਹੋਏਗੀ। ਸਾਡੀ ਡਿਵੈਲਪਮੈਂਟ ਮੀਨਸ ਕੰਟਰੀ ਦੀ ਡਿਵੈਲਪਮੈਂਟ। ਸੋ ਇਹਦਾ ਮਤਲਬ ਕੰਟਰੀ ਦੀ ਡਿਵੈਲਪਮੈਂਟ, ਦੇਸ਼ ਦੀ ਇੰਪਰੂਵਮੈਂਟ ਵੀ ਹੋਏਗਾ। ਨਵੀਂ ਦਵਾਈਆਂ, ਬਿਮਾਰੀਆਂ ਦੀ ਰੋਕਥਾਮ, ਸੈਨੀਟੇਸ਼ਨ ਦੇ ਚੰਗੇ ਤਰੀਕੇ। ਜੇ ਬੱਚੇ ਸਾਡੇ ਕੋਲ ਪੈਸਾ ਹੋਏਗਾ ਤਾਂ ਅਸੀਂ ਸਾਫ਼ ਸੁਥਰਾ ਏਰੀਆ ਰੱਖਾਂਗੇ। ਹੁਣ ਤੁਸੀਂ ਕੁਛ ਪਿੰਡ ਦੇਖਣਾ ਆਸ-ਪਾਸ। ਇੱਕ ਵਾਰ ਮੈਂ ਬੱਚੇ ਇੱਦਾਂ ਹੀ ਸਾਡੀ ਬੱਸ ਢੰਡਿਆਂਵਾਲ ਦੀ ਘੁੰਮ ਕੇ ਗਈ। ਢੰਡਾ ਦੇ ਢੀਂਡਸਾ, ਉਹ ਪਿੰਡ ਬਹੁਤ ਸੋਹਣਾ ਆ। ਠੀਕ ਹੈ, ਉੱਥੇ ਕੋਈ ਗੰਦਗੀ ਨਹੀਂ ਆ, ਉਹਦੇ ਈਵਨ ਆਸ-ਪਾਸ ਜਿਹੜੇ ਆ ਪਿੰਡਾਂ ਦੀਆਂ ਨਾਲੀਆਂ ਵੀ ਪ੍ਰੋਪਰ ਕਵਰ ਆ, ਆਸ-ਪਾਸ ਕੋਈ ਮਿੱਟੀ ਨਹੀਂ ਆ। ਇਹਦਾ ਮਤਲਬ ਜਿਸ ਪਿੰਡ ਦੇ ਸਰਪੰਚ ਪੰਚ ਧਿਆਨ ਰੱਖਦੇ ਆ,
ਠੀਕ ਹੈ, ਸਾਫ਼ ਸੁਥਰੀ ਜਗ੍ਹਾ, ਤਾਂ ਉਹਨਾਂ ਤੋਂ ਪੈਸਾ ਆਉਂਦਾ ਆ, ਜਾਂ ਉਹਨਾਂ ਦੇ ਕਹਿ ਲਓ ਪਿੰਡ ਇੱਕ ਡਿਵੈਲਪਡ ਪਿੰਡ ਆ, ਜਿਹੜੇ ਲੋਕ ਆਪਣੇ ਪਿੰਡਾਂ 'ਤੇ ਪੈਸਾ ਲਾਉਣਾ ਚਾਹੁੰਦੇ ਆ, ਉਹ ਕਾਫੀ ਹੱਦ ਤੱਕ ਕੀ ਆ ਡਿਵੈਲਪ ਹੁੰਦਾ ਜਾ ਰਿਹਾ ਆ। ਉੱਥੇ ਬਿਮਾਰੀਆਂ ਘੱਟ ਹੋਣਗੀਆਂ, ਸੈਨੀਟੇਸ਼ਨ ਮਤਲਬ ਸਾਫ਼ ਸਫਾਈ ਜ਼ਿਆਦਾ ਹੋਏਗੀ ਉੱਥੇ। ਇਸੇ ਤਰ੍ਹਾਂ ਆਪਾਂ ਨੂੰ ਵੀ ਆਪਣਾ ਆਲਾ ਦੁਆਲਾ ਬੱਚੇ ਸਾਫ਼ ਰੱਖਣਾ ਚਾਹੀਦਾ ਆ। ਸੋ ਇਸ ਕਰਕੇ ਦੋਵੇਂ ਖੇਤਰਾਂ ਵਿੱਚ ਦੂਜੇ ਦੀ ਪੂਰਕ ਹੈ, ਮਤਲਬ ਇੱਕ ਨਹੀਂ ਹੋਏਗਾ ਤਾਂ ਦੂਸਰਾ ਨਹੀਂ ਚੱਲੇਗਾ। ਮੰਨ ਲਓ ਖੇਤੀਬਾੜੀ ਨਹੀਂ ਹੋਏਗੀ ਤਾਂ ਸਾਡਾ ਜਿਹੜੀ ਆ ਇੰਡਸਟਰੀਅਲ ਏਰੀਆ ਆ, ਸਾਨੂੰ ਕੱਚਾ ਮਾਲ ਨਹੀਂ ਕਿਤੋਂ ਮਿਲਣਾ, ਤਾਂ ਉਹ ਨਹੀਂ ਚੱਲਣਾ। ਇਹਦਾ ਮਤਲਬ ਦੋਨੋਂ ਹੀ ਇੱਕ ਦੂਸਰੇ ਦੇ ਉੱਤੇ ਡਿਪੈਂਡ ਕਰਦੇ ਆ। ਅੰਨੇ ਤੋਂ ਉਸ ਖੇਤੀਬਾੜੀ ਕਰਕੇ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਸਾਡੇ ਕੋਲ ਕੋਈ ਖਰੀਦਣ ਵਾਲਾ ਨਹੀਂ ਹੋਏਗਾ, ਕੋਈ ਫੈਕਟਰੀ ਵਾਲਾ ਆਏਗਾ ਖਰੀਦੇਗਾ, ਤਾਂ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਖੇਤੀਬਾੜੀ ਕਰਾਂਗੇ। ਇਹਦਾ ਮਤਲਬ ਇਹ ਦੋਨੋਂ ਹੀ ਇੱਕ ਦੂਸਰੇ ਦੇ ਉੱਪਰ ਡਿਪੈਂਡ ਕਰਦੇ ਆ, ਅਤੇ ਦੋਨੋਂ ਹੀ ਮੋਸਟ ਇੰਪੋਰਟੈਂਟ ਆ ਸਾਡੀ ਡਿਵੈਲਪਮੈਂਟ ਦੇ ਲਈ। ਠੀਕ ਹੈ ਬੱਚੇ, ਈਜ਼ੀ ਜਿਹਾ ਕੁਐਸਚਨ ਸੀ। ਸੋ ਅਗਰ ਤੁਸੀਂ ਹੋਰ ਵੀ ਇਹਦੇ ਵਿੱਚ ਲਾਈਨਸ ਲਿਖਣਾ ਚਾਹੁੰਦੇ ਆ ਤਾਂ ਆਪਣੀ ਮਰਜ਼ੀ ਨਾਲ ਲਿਖ ਸਕਦੇ ਆ। ਸੋ ਇੰਗਲਿਸ਼ ਵਾਲੇ ਬੱਚੇ ਦੇਖ ਲਓ, ਐਗਰੀਕਲਚਰ ਐਕਸਪਲੇਨ ਕਰ ਦਿੱਤਾ ਸੀ। ਨੈਕਸਟ ਇੰਡਸਟਰੀਅਲ ਏਰੀਆ, ਸੇਮ ਉਹੀ ਸੇਮ ਪੁਆਇੰਟ ਆ ਬੱਚੇ ਜਿਹੜੇ ਪੰਜਾਬੀ ਦੇ ਵਿੱਚ ਐਕਸਪਲੇਨ ਕੀਤੇ ਆ, ਉਹ 'ਚ ਨਾਲ ਦੀ ਨਾਲ ਇੰਗਲਿਸ਼ ਲਿਖੀ ਸੀ, ਇਸ ਕਰਕੇ ਮੈਂ ਉਹ ਪੇਜ ਓਪਨ ਕਰ ਲਿਆ ਕਿ ਪੰਜਾਬੀ ਵੀ ਲਿਖੀ ਹੋਈ ਆ ਔਰ ਇੰਗਲਿਸ਼ ਵੀ ਲਿਖੀ ਹੋਈ ਆ। ਅਦਰਵਾਈਜ਼ ਸੇਮ ਵਰਡਿੰਗ ਆ। ਤੁਸੀਂ ਇਸ ਤਰੀਕੇ ਨਾਲ ਹੀ ਡਿਟੋ ਆਨਸਰ ਆਪਣਾ ਅਟੈਂਪਟ ਕਰੋਗੇ ਤਾਂ ਬੱਚੇ 5 ਮਾਰਕਸ ਡੈਫੀਨੇਟਲੀ 100% ਸ਼ੋਰ ਆ ਕਿ 5 ਦੇ 5 ਮਾਰਕਸ ਤੁਹਾਨੂੰ ਮਿਲ ਜਾਣਗੇ। ਠੀਕ ਹੈ, ਅਗਰ ਕਿਸੇ ਪੁਆਇੰਟ ਦੇ ਵਿੱਚ ਕੋਈ ਦਿੱਕਤ ਹੋਵੇ, ਕੁਝ ਨਾ ਸਮਝ ਲੱਗਿਆ ਹੋਵੇ ਤਾਂ ਬੱਚੇ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।